ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਖਾਲਸਾ ਜੀਓ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਕੋਈ ਮੂਰਖ ਨਹੀਂ, ਕੋਈ ਸਿਆਣਾ ਨਹੀਂ, ਪਰ ਅਸੀਂ ਵਿਚਾਰ ਇੱਕ ਦੂਏ ਨਾਲ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰਨਾ ਹੁੰਦਾ ਹੈ। ਅੱਜ ਸਿੱਖੀ ਵਿੱਚ ਡੇਰੇ ਬਹੁਤ ਵੱਧ ਗਏ ਹਨ। ਸਿੱਖੀ ਤੋਂ ਬਿਨਾਂ ਵੀ ਹੋਰ ਵੀ ਬਹੁਤ ਡੇਰੇ ਹਨ। ਮਨੁੱਖ ਡੇਰਿਆਂ ਵਿੱਚ ਧੱਕੇ ਖਾਂਦੇ ਫਿਰਦੇ ਹਨ। ਜਿਹੜੇ ਆਪ ਘਰੇ ਬਹਿ ਕੇ ਨਿਤਨੇਮ ਨਹੀਂ ਕਰ ਸਕਦੇ, ਸਿਮਰ ਨਹੀਂ ਕਰ ਸਕਦੇ, ਉਹ ਡੇਰਿਆਂ ਵਿੱਚ ਜਾ ਕੇ ਖੇ ਖਰਾਬ ਹੁੰਦੇ ਹਨ। ਖਬਰਾਂ ਦੇਖ ਲਓ ਕਿਹੋ ਜਿਹੀਆਂ ਆ ਰਹੀਆਂ ਹਨ, ਕਿਵੇਂ ਡੇਰਿਆਂ ਦੇ ਮਾਲਕ ਜਾਂ ਉੱਥੇ ਰਹਿਣ ਵਾਲੇ ਕੁਕਰਮਾਂ ਵਿੱਚ ਫਸੇ ਹੋਏ ਹਨ। ਖਾਸ ਕਰ ਨਾਨਕਸਰ ਨਾਲ ਸੰਬੰਧਿਤ ਡੇਰੇ ਜਿੰਨੇ ਹਨ, ਕਿਉਂਕਿ ਇਹ ਲੋਕ ਕੱਚੀ ਬਾਣੀ ਗਾਉਂਦੇ ਹਨ। ਕੱਚੀ ਬਾਣੀ ਗਾਉਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਗੁਰੂ ਸਾਹਿਬ ਸਿੱਖੀ ਵਿੱਚ ਕੱਚਾ ਆਖਦੇ ਹਨ। ਆਨੰਦ ਸਾਹਿਬ ਦੇ ਵਿੱਚ ਇੱਕ ਪੌੜੀ ਹੈ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਕੱਚੀ ਬਾਣੀ ਤੋਂ ਭਾਵ ਗੁਰਬਾਣੀ ਨੂੰ ਛੱਡ ਦਿੱਤਾ, ਕੋਲੋਂ ਟੋਟਕੇ ਟੱਪੇ ਗੀਤ ਜੋੜ ਲਏ, ਉਹੀ ਗਾ ਗਾ ਕੇ ਲੋਕਾਂ ਨੂੰ ਸੁਣਾਈ ਜਾਂਦੇ ਹਨ। ਜਿਨ੍ਹਾਂ ਟੋਟਕੇ ਟੱਪਿਆਂ ਦਾ ਫਾਇਦਾ ਹੋਵੇ ਗਾਉਣ ਦਾ, ਸੁਣਨ ਦਾ, ਤਾਂ ਫਿਰ ਗੁਰੂ ਸਾਹਿਬਾਂ ਨੇ ਬਾਣੀ ਦੀ ਰਚਨਾ ਹੀ ਨਹੀਂ ਸੀ ਕਰਨੀ। ਫਿਰ ਕੀ ਲੋੜ ਸੀ ਬਾਣੀ ਦੀ? ਫਿਰ ਕਹਿ ਦੇਣਾ ਸੀ ਤੁਸੀਂ ਕੋਲੋਂ ਹੀ ਟੋਟਕੇ ਟੱਪੇ ਜੋੜ ਕੇ ਗਾ ਲਓ। ਸੋ ਕਬੀਰ ਦੇ ਸਲੋਕਾਂ ਵਿੱਚ, ਕਬੀਰ ਜੀ ਦਾ ਇੱਕ ਸਲੋਕ ਹੈ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਓ ਨ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਕਬੀਰ ਜੀ ਕਹਿੰਦੇ ਵੀ ਸਿੱਖ ਸਾਖਾ ਬਹੁਤੇ ਕੀਏ, ਮਤਲਬ ਚੇਲੇ ਬਹੁਤ ਬਣਾ ਲਏ, ਡੇਰੇ ਬਹੁਤ ਬਣਾ ਲਏ, ਪਰ ਕੇਸੋ ਕਿਉ ਨਾ ਮੀਤ। ਕੇਸੋ ਤੋਂ ਭਾਵ ਪਰਮਾਤਮਾ, ਪਰਮਾਤਮਾ ਨੂੰ ਮਿੱਤਰ ਨਹੀਂ ਬਣਾਇਆ, ਪਰਮਾਤਮਾ ਦਾ ਸਿਮਰ ਨਹੀਂ ਕੀਤਾ। ਉਸ ਡੇਰਿਆਂ ਦੀ ਸੇਵਾ ਸੰਭਾਲ ਵਿੱਚ ਜਿਵੇਂ ਗ੍ਰਸਤੀ ਵਿਅਕਤੀ ਆਪਣੇ ਪਰਿਵਾਰ ਦੇ ਵਿੱਚ ਅਣਜਿਆ ਹੁੰਦਾ, ਇਹ ਡੇਰਿਆਂ ਦੇ ਮਾਲਕ ਨੂੰ ਤਾਂ ਵਿਆਹ ਨਹੀਂ ਕਰਾਉਂਦੇ ਕਹਿੰਦੇ, ਪਰ ਇਹ ਡੇਰਿਆਂ ਦੇ ਵਿੱਚ ਉਸ ਨੂੰ ਸੰਭਾਲਣ ਵਾਸਤੇ, ਉਸ ਡੇਰੇ ਨੂੰ ਮੇਨਟੇਨ ਕਰਨ ਵਾਸਤੇ, ਖਿਆਲ ਰੱਖਣ ਵਾਸਤੇ ਉਹਦੇ ਵਿੱਚ ਹੀ ਅਣਜੇ ਰਹਿੰਦੇ ਹਨ। ਸਿੱਖ ਸਾਖਾ ਬਹੁਤੇ ਕੀਏ, ਕੇਸੋ ਕਿਉ ਨ ਮੀਤ, ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕਿਓ ਚੀਤ। ਜਦੋਂ ਇਹ ਲੋਕ ਘਰੋਂ ਨਿਕਲਦੇ ਹਨ, ਘਰ-ਬਾਰ ਛੱਡ ਕੇ ਕਿਸੇ ਜਾ ਕੇ ਡੇਰੇ 'ਤੇ ਬਹਿੰਦੇ ਹਨ, ਉਸ ਵੇਲੇ ਮਨ 'ਚ ਇੱਕ ਵਿਚਾਰ ਹੁੰਦਾ ਵੀ ਅਸੀਂ ਇੰਨੀ ਭਗਤੀ ਕਰਾਂਗੇ, ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ। ਪਰ ਉਹ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਲਾ ਕੰਮ ਵਿੱਚ ਹੀ ਰਹਿ ਜਾਂਦਾ, ਹੋਰ ਹੀ ਕੁਕਰਮਾਂ ਵਿੱਚ ਫਸ ਜਾਂਦੇ ਹਨ। ਅਸਲੀ ਸਿਧਾਂਤ ਦਾ ਪਤਾ ਹੀ ਨਹੀਂ ਲੱਗਦਾ। ਸਾਨੂੰ ਡੇਰਿਆਂ 'ਤੇ ਜਾਣ ਦੀ ਕੋਈ ਲੋੜ ਨਹੀਂ। ਇਹ ਡੇਰੇ ਕਿਉਂ ਬਣਦੇ ਹਨ? ਕੀ ਲੋੜ ਹੈ ਇਹਨਾਂ ਦੀ? ਕਿਉਂਕਿ ਲੋਕਾਂ ਦੇ ਵਿੱਚ ਕਮੀ ਹੈ, ਆਪ ਸਿਮਰ ਨਹੀਂ ਕਰਦੇ, ਆਪ ਨਿਤਨੇਮ ਨਹੀਂ ਕਰਦੇ ਲੋਕ। ਬਸ ਫਿਰ ਕਿਸੇ ਜਾ ਕੇ ਡੇਰੇ 'ਤੇ ਪਾਠ ਕਰਾਉਣ ਨੂੰ ਪੈਸੇ ਦੇ ਆਉਣੇ ਨੇ। ਉੱਥੇ ਪਾਠ ਹੋਵੇ ਨਾ ਹੋਵੇ,
ਮਨ ਨੂੰ ਹੋ ਜਾਂਦੇ ਅਸੀਂ ਪਾਠ ਕਰਾ ਦਿੱਤਾ, ਸਾਲ ਬਾਅਦ ਪਾਠ ਕਰਾ ਦਿੰਦੇ ਆ। ਬਹੁਤ ਲੋਕ ਵੀ ਘਰਾਂ ਵਿੱਚ ਪਾਠ ਕਰਾ ਲੈਂਦੇ ਨੇ। ਬਸ ਪਾਠ ਕਰਾਉਣ ਦਾ ਬਹੁਤ ਥੋੜ੍ਹਾ ਫਾਇਦਾ ਹੈ। ਜਿਹੜਾ ਆਪ ਨਿਤਨੇਮ ਕਰਨਾ, ਇਹਦੇ ਨਾਲ ਸਾਡੇ ਵਿੱਚ ਤਬਦੀਲੀ ਆਉਂਦੀ ਹੈ। ਸਭ ਤੋਂ ਵੱਧ ਲਾਭਦਾਇਕ ਹੈ ਨਿਤਨੇਮ। ਸਵੇਰੇ 5 ਬਾਣੀਆਂ ਦਾ ਬੋਲ ਕੇ ਪਾਠ ਪੜ੍ਹੋ, 1 ਘੰਟਾ ਲਾਓ। ਸ਼ਾਮ ਨੂੰ 2 ਬਾਣੀਆਂ ਅੱਧਾ ਘੰਟਾ ਲਾਓ, ਬੋਲ ਕੇ ਬਾਣੀ ਪੜ੍ਹੋ। ਇਹ 1.5 ਘੰਟਾ ਪੱਕਾ ਨਿਤਨੇਮ ਤੋਂ ਭਾਵ ਹੁੰਦਾ ਨਿਤਨੇਮ, ਕਦੇ ਨਾਗਾ ਨਹੀਂ। ਲੋਕ ਕੀ ਕਰਦੇ ਨੇ, ਬਹੁਤੇ ਲੋਕ ਗੁਰਦੁਆਰੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਮੱਥਾ ਟੇਕਣ ਜਾਂਦੇ ਆ, ਮੁੜੇ ਆਉਂਦੇ ਆ ਕੇ ਹੋਰ ਕੰਮ ਲੱਗ ਜਾਂਦੇ ਨੇ। ਉਹਨਾਂ ਨੂੰ ਫਾਇਦਾ ਤਾਂ ਹੋਵੇਗਾ, ਪਰ ਇਹ ਬਹੁਤ ਥੋੜ੍ਹਾ ਫਾਇਦਾ ਹੈ, ਇਹਦੇ ਨਾਲ ਗੁਜ਼ਾਰਾ ਨਹੀਂ ਹੈ। ਫੇਰ ਗੁਰਪੁਰਬ ਆਉਂਦੇ ਨੇ, ਪ੍ਰਭਾਤ ਫੇਰਿਆਂ 'ਚ ਸਮਾਂ ਬਹੁਤ ਬਰਬਾਦ ਕਰਦੇ ਨੇ। ਨਗਰ ਕੀਰਤਨਾਂ 'ਤੇ, ਦੀਵਾਨਾਂ 'ਤੇ, ਇਹਨਾਂ ਵਿੱਚ ਸਮਾਂ ਖਰਾਬ ਕਰਨ ਨਾਲੋਂ ਜੇ ਨਿਤਨੇਮ ਕੀਤਾ ਜਾਵੇ ਤਾਂ ਸਾਡੇ ਵਿੱਚ ਤਬਦੀਲੀ ਆਵੇਗੀ। ਮੈਂ ਦਾਅਵੇ ਨਾਲ ਕਹਿ ਸਕਦਾ, ਸਵੇਰ ਤੋਂ ਨਿਤਨੇਮ ਸਹੀ ਢੰਗ ਨਾਲ ਸ਼ੁਰੂ ਕਰ ਦਿਓ। ਸਹੀ ਢੰਗ ਹੈ, ਚੌਂਕੜਾ ਮਾਰ ਕੇ ਬੈਠੋ, 5 ਬਾਣੀਆਂ ਬੋਲ ਕੇ ਪੜ੍ਹੋ, 1 ਘੰਟਾ ਲਾਓ। ਸ਼ਾਮ ਨੂੰ 2 ਬਾਣੀਆਂ ਪੜ੍ਹੋ, ਅੱਧਾ ਘੰਟਾ ਲਾਓ, ਬੋਲ ਕੇ ਬਾਣੀ ਪੜ੍ਹੋ। ਇਹ ਸਹੀ ਢੰਗ ਹੈ। ਕੱਲ ਨੂੰ ਸ਼ੁਰੂ ਕਰੋਗੇ, ਕੱਲ ਤੋਂ ਹੀ ਫਾਇਦਾ ਹੋਣਾ ਸ਼ੁਰੂ ਹੋ ਜਾਣਾ। ਹਫ਼ਤੇ ਵਿੱਚ ਤੁਹਾਨੂੰ ਮਹਿਸੂਸ ਹੋਵੇਗਾ ਵੀ ਹਾਂ ਫਾਇਦਾ ਹੋ ਰਿਹਾ। 1.5-2 ਮਹੀਨੇ ਬਾਅਦ ਵਿੱਚ ਤਾਂ ਤੁਹਾਡੇ ਲਗਾਤਾਰ ਜੇ ਕਰਦੇ ਰਹੇ 2 ਮਹੀਨੇ ਨਿਤਨੇਮ, ਤੁਹਾਡੀ ਜ਼ਿੰਦਗੀ 'ਚ ਚਮਤਕਾਰ ਹੋਣ ਲੱਗ ਜਾਣਗੇ। ਚਮਤਕਾਰ ਤੋਂ ਭਾਵ ਵੀ ਛੋਟੇ ਛੋਟੇ ਕੰਮ ਤੁਹਾਡੇ ਜਿਹੜੇ ਵਿਗੜੇ ਹੋਣਗੇ ਉਹ ਹੋਣੇ ਸ਼ੁਰੂ ਹੋ ਜਾਣਗੇ। ਜੇ ਲਗਾਤਾਰ 3 ਸਾਲ 2.5 ਸਾਲ ਨਿਤਨੇਮ ਕਰ ਲਿਆ ਤਾਂ ਤੁਹਾਨੂੰ ਆਂਢੀ ਗੁਆਂਢੀ, ਤੁਹਾਡੇ ਘਰ ਦੇ, ਤੁਹਾਡੇ ਰਿਸ਼ਤੇਦਾਰ, ਜਾਣ ਪਛਾਣ ਵਾਲੇ ਕਹਿਣਗੇ ਬੰਦਾ ਬਦਲ ਗਿਆ, ਪਹਿਲਾਂ ਵਾਲਾ ਰਿਹਾ ਹੀ ਨਹੀਂ, ਇਹ ਤਾਂ ਸੰਤ ਪੁਰਸ਼ ਬਣ ਗਿਆ। ਐਡੀ ਤੁਹਾਡੇ ਵਿੱਚ ਤਬਦੀਲੀ ਆ ਜਾਵੇਗੀ। ਜੇ ਕਿਤੇ 8-9 ਸਾਲ ਲਗਾਤਾਰ ਕਰ ਲਿਆ, ਤੁਹਾਡੇ ਅੰਦਰੋਂ ਹੀ ਐਸਾ ਗਿਆਨ ਪ੍ਰਗਟ ਹੋਵੇਗਾ ਜਿਹੜਾ ਨਾ ਤੁਸੀਂ ਕਦੇ ਸੁਣਿਆ ਨਾ ਪੜ੍ਹਿਆ ਕਿਤੇ। ਇਹ ਬ੍ਰਹਿਮੰਡ ਕਿਵੇਂ ਬਣਿਆ, 84 ਲੱਖ ਜੂਨਾਂ ਕਿਵੇਂ ਚੱਲਦੀਆਂ, ਜੀਵ ਕਿਵੇਂ ਕਿੱਥੋਂ ਤੇ ਕਿੱਥੇ ਤੱਕ ਆਉਂਦਾ, ਇਹ ਸਾਰਾ ਗਿਆਨ ਤੁਹਾਡੇ ਅੰਦਰ ਪਿਆ, ਅੰਦਰੋਂ ਪ੍ਰਗਟ ਹੋਵੇਗਾ। ਲਗਾਤਾਰ ਇਸ ਤਰ੍ਹਾਂ ਕਰਨ ਨਾਲ, ਨਿਤਨੇਮ ਨਾਲ, ਤਾਂ ਤੁਹਾਡਾ ਮਨੁੱਖਾ ਜਨਮ ਸਫਲ ਹੋ ਜਾਵੇਗਾ। ਜੀਵ ਆਤਮਾ ਜਿਹੜਾ ਕੇਂਦਰ ਹੈ, ਇੱਕ ਜਿਹੜਾ ਮਨਮੁਖ ਵਿਅਕਤੀ ਹੁੰਦਾ ਉਹਦਾ ਜੀਵ ਆਤਮਾ ਦਾ ਕੇਂਦਰ ਧੁਨੀ ਦੇ ਥੱਲੇ ਹੁੰਦਾ ਹੈ। ਜਿਵੇਂ ਸਾਡੇ ਭਗਤ ਹੋਏ ਹਨ, ਗੁਰੂ ਸਾਹਿਬਾਨ ਹੋਏ ਹਨ, ਇਹਨਾਂ ਦੀ ਜੀਵ ਆਤਮਾ ਦਾ ਕੇਂਦਰ ਸਾਡੇ ਸਿਰ ਵਿੱਚ ਜਿੱਥੇ ਬਾਲ ਘੁੰਮੇ ਹਨ ਇੱਥੇ ਹੋ ਜਾਂਦਾ ਹੈ। ਸਿਮਰਨ ਕਰਨ ਨਾਲ ਇਹ ਕੇਂਦਰ ਉੱਠ ਕੇ ਸਫ਼ਰ ਕਰਕੇ ਇੱਥੇ ਪਹੁੰਚਦਾ ਹੈ। ਇਹ ਨਿਤਨੇਮ 'ਚ ਤਾਕਤ ਹੈ। ਜੇ ਕਹੀਏ ਪ੍ਰਭਾਤ ਫੇਰੀਆਂ 'ਤੇ ਟਾਈਮ ਲਾ ਲਿਆ, ਨਗਰ ਕੀਰਤਨਾਂ 'ਤੇ, ਦੀਵਾਨਾਂ 'ਤੇ ਚਲੇ ਗਏ, ਯਾਤਰਾ ਚਲੇ ਗਏ, ਲੜੀਆਂ ਚਲੇ ਗਏ, ਇਹਨਾਂ ਕੰਮਾਂ 'ਚ ਇਹ ਕੰਮ ਨਹੀਂ ਹੋਣਾ। ਡੇਰਿਆਂ 'ਤੇ ਫਿਰਨ ਦਾ ਕੋਈ ਫਾਇਦਾ ਨਹੀਂ, ਕਿਸੇ ਬਾਬੇ ਕੋਲ ਜਾਣ ਦਾ ਕੋਈ ਫਾਇਦਾ ਨਹੀਂ, ਪੈਸੇ ਪੱਟਣ ਦਾ ਕੋਈ ਫਾਇਦਾ ਨਹੀਂ। ਸਵੇਰੇ ਉੱਠੋ, 5 ਬਾਣੀਆਂ ਦਾ ਨਿਤਨੇਮ ਕਰੋ, ਸ਼ਾਮ ਨੂੰ 2 ਬਾਣੀਆਂ ਦਾ ਨਿਤਨੇਮ ਕਰੋ। ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ, ਘਰ ਦੀ ਦੇਹੜੀ ਟੱਪਣ ਦੀ ਲੋੜ ਨਹੀਂ, ਤੁਹਾਨੂੰ ਤ੍ਰਿਪਤੀ ਹੋਵੇਗੀ। ਕਿਤੇ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਪਵੇਗੀ। ਨਿਤਨੇਮ ਵਿੱਚ ਬਹੁਤ ਵੱਡੀ ਤਾਕਤ ਹੈ। ਸੋ ਕਬੀਰ ਜੀ ਜਿਹੜੇ ਕਹਿੰਦੇ ਨੇ, ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ,
ਚਾਲੇ ਥੇ ਹਰ ਮਿਲਨ ਕੋ ਵਿੱਚੇ ਅਟਕਿਓ ਚੇਤ। ਇਹਨਾਂ ਤਾਂ ਪਹਿਲਾਂ ਆਪ ਹੀ ਮਨ ਇਹਦਾ ਵਿੱਚ ਹੀ ਅਟਕਿਆ ਹੋਇਆ, ਆਪਣਾ ਇਹ ਕੀ ਫਾਇਦਾ ਕਰ ਦੇਣਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਨਿਤਨੇਮ ਨਾਲ ਜੁੜੋ। ਨਿਤਨੇਮ ਬਹੁਤ ਵੱਡੀ ਤਾਕਤ ਹੈ। ਇਹ ਬਾਬੇ ਜਿਹੜੇ ਕੱਚੀ ਬਾਣੀ ਪੜ੍ਹ ਕੇ ਦੀਵਾਨ ਸਜਾਉਂਦੇ ਨੇ, ਚੁਟਕਲੇ ਸੁਣਾ ਕੇ ਹਸਾ ਕੇ ਮੋੜ ਦਿੰਦੇ ਨੇ, ਇਹ ਤੁਹਾਨੂੰ ਨਿਤਨੇਮ ਨੂੰ ਨਹੀਂ ਕਹਿਣਗੇ। ਕਿਉਂਕਿ ਜੇ ਤੁਸੀਂ ਨਿਤਨੇਮ ਕਰਨ ਲੱਗ ਪਏ ਤਾਂ ਤੁਸੀਂ ਇਹਨਾਂ ਦੀ ਹਾਜ਼ਰੀ ਭਰਨੀ ਬੰਦ ਕਰ ਦੇਣੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੋਈਆਂ ਬੇਅੰਤ ਭੁੱਲਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।